ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਡੀਐਨਟੀ ਦਾ ਆਪਣਾ 7ਵਾਂ ਸੈਸ਼ਨ ਹੈ। ਇਸ ਤੋਂ ਪਹਿਲਾਂ 6 ਸੈਸ਼ਨ ਹੋ ਚੁੱਕੇ ਆ। ਜੇਕਰ ਤੁਸੀਂ ਡੇਲੀ ਨਾਈਟ ਸੀਰੀਜ਼ ਨਹੀਂ ਲਗਾਉਂਦੇ ਤਾਂ ਜ਼ਰੂਰ ਲਗਾਇਆ ਕਰੋ, ਕਿਉਂਕਿ ਇਹਦੇ ਵਿੱਚ ਕੁਐਸਚਨਸ ਬਹੁਤ ਵਧੀਆ ਢੰਗ ਦੇ ਨਾਲ ਪੇਸ਼ ਕੀਤੇ ਜਾਂਦੇ ਆ। ਸੋ 7ਵਾਂ ਸੈਸ਼ਨ ਹੈ। ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਤੇ ਤੁਹਾਡਾ ਸਵਾਗਤ ਹੈ। ਅੱਜ ਕੁਐਸਚਨ ਰਹਿਣਗੇ ਵਨ ਲਾਈਨਰ ਐਂਡ ਇੰਡੀਅਨ ਪੋਲਿਟੀ ਦੇ। ਸੋ ਥੋੜਾ ਜਿਹਾ ਫਰਕ ਪਾਇਆ ਮੈਂ, ਕਿਉਂਕਿ ਹਰ ਲੈਵਲ ਦੀ ਤਿਆਰੀ ਕਰਨੀ ਚਾਹੀਦੀ ਹੈ। ਹਰ ਲੈਵਲ ਦਾ ਜਿਹੜਾ ਪੇਪਰ ਆ ਤੁਹਾਡੇ ਸਾਹਮਣੇ ਉਹ ਹੋ ਸਕਦਾ ਹੈਗਾ। ਸੋ ਅੱਜ ਦੇ ਸੈਸ਼ਨ ਨੂੰ ਬਹੁਤ ਵਧੀਆ ਢੰਗ ਦੇ ਨਾਲ ਦੇਖਣਾ। ਸੋ ਜਿਨ੍ਹਾਂ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਦਬਾ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਤੇ ਬਾਕੀ ਜੇਕਰ ਤੁਸੀਂ ਹਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ। ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ ਜੀ ਡੇਲੀ ਨਾਈਟ ਸੀਰੀਜ਼। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ, ਮਿਨੀਮਮ ਏਜ ਫॉर ਇਲੈਕਸ਼ਨ ਟੂ ਦਾ पोस्ट ऑफ प्रेजिडेंट रिलेटेड टू विच आर्टिकल। बहुत ही सौखा क्वेश्चन, प्रेजिडेंट दे नाल रिलेटेड है। मिनीमम एज कितनी होंदी है प्रेजिडेंट दे नाल तुहानूं पता है। वाइस प्रेजिडेंट होवे भावें तां भी 35 आ, प्रेजिडेंट होवे तां भी 35 आ, गवर्नर होवे तां भी 35 आ, लोक सभा वास्ते 25, राज्य सभा वास्ते 30। ये तुसीं याद रखनागा। सो यह किहड़े आर्टिकल दे विच आ प्रेजिडेंट दी जिहड़ी मिनीमम एज आ 58 आर्टिकल, यानी कि इहदा आंसर आ जाऊगा सैकंड 58 ਦੇ ਪਹਿਲੇ ਦੇ ਸੈਕਸ਼ਨ बी ਦੇ ਵਿੱਚ ਰਾਈਟ। ਸੋ ਇਹ ਤੁਸੀਂ ਯਾਦ ਰੱਖਣਾ। ਬਾਕੀ ਹਰ ਇੱਕ ਦੀ ਏਜ ਯਾਦ ਰੱਖਣੀ, ਇਹ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਮੇਰੇ ਹਿਸਾਬ ਨਾਲ ਤੁਹਾਡਾ ਆਨਸਰ ਵੀ ਰਾਈਟ ਹੋਊਗਾ। ਨੈਕਸਟ ਕੁਐਸਚਨ ਆ ਗਿਆ ਵੀ ਅੰਡਰ ਆਰਟੀਕਲ 15 ਆਫ ਇੰਡੀਅਨ ਕਨਸਟੀਟਿਊਸ਼ਨ ਆਪਾਂ ਕਹਿੰਦੇ ਆ ਵੀ ਪ੍ਰੋਟੈਕਸ਼ਨ ਅਗੇਂਸਟ ਡਿਸਕ੍ਰਿਮੀਨੇਸ਼ਨ ਹੈ ਇਜ਼ ਨਾਟ ਗਰੰਟੀਡ ਟੂ ਦਾ ਸਿਟੀਜ਼ਨ ਔਨ ਦਾ ਗਰਾਊਂਡਸ। ਤੁਹਾਨੂੰ ਗਰਾਊਂਡ ਦਿੱਤੇ ਹੋਏ ਆ ਵੀ ਓਨਲੀ ਦਾ ਗਰਾਊਂਡਸ। ਡਿਸਕ੍ਰਿਮੀਨੇਸ਼ਨ ਤਾਂ ਆਪਾਂ ਕਿਤੇ ਵੀ ਕਹਿ ਸਕਦੇ ਆ। ਜੇਕਰ ਕੋਈ ਕੁੜੀ ਹੈ ਵੀ ਗੋਲਗੱਪੇ ਵਾਲੀ ਰੇੜੀ ਤੇ ਉਹ ਗੋਲਗੱਪੇ ਖਾ ਰਹੀ ਹੈ ਤੇ ਗੋਲਗੱਪੇ ਵਾਲੇ ਨੇ ਮੰਨ ਲਓ ਉਹਦੀ ਪਲੇਟ ਤੋਂ ਪਹਿਲਾਂ ਕਿਸੇ ਦੀ ਹੋਰ ਪਲੇਟ ਦੇ ਵਿੱਚ ਪਾਤਾ, ਤਾਂ ਦੈਟ ਇਜ਼ ਨਾਟ ਕਾਲਡ ਡਿਸਕ੍ਰਿਮੀਨੇਸ਼ਨ। ਉਹ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਇਸੇ ਕਰਕੇ ਆਪਾਂ ਨੂੰ ਗਰਾਊਂਡਸ ਦਿੱਤੇ ਗਏ ਕਿ ਭਾਈ ਤੁਸੀਂ ਹਰ ਥਾਂ ਤੇ ਜਾ ਕੇ ਨਹੀਂ ਕਹਿ ਸਕਦੇ ਵੀ ਡਿਸਕ੍ਰਿਮੀਨੇਸ਼ਨ ਆ। ਫੋਰ ਐਗਜ਼ਾਮਪਲ ਜੇਕਰ ਮੈਂ ਕਿਸੇ ਹੁਣ ਸਟੂਡੈਂਟ ਦਾ ਨਾਮ ਲੈਦਾ, ਬਾਕੀ ਸਟੂਡੈਂਟ ਕਹਿੰਦੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਗਿਆ, ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਤਾਂ ਡਿਸਕ੍ਰਿਮੀਨੇਸ਼ਨ ਵਾਸਤੇ ਆਪਾਂ ਨੂੰ ਕੁਝ ਗਰਾਊਂਡਸ ਦੇ ਰੱਖਿਆ। ਉਹਨਾਂ ਗਰਾਊਂਡਸ ਚੋਂ ਕਿਹੜਾ ਗਰਾਊਂਡ ਨਹੀਂ ਹੈਗਾ ਇਹਨਾਂ ਦੇ ਵਿੱਚੋਂ, ਰਿਲੀਜਨ ਹੈ, ਜੈਂਡਰ ਹੈ, ਪਲੇਸ ਆਫ ਬਰਥ ਹੈ, ਯਾਨੀ ਕਿ ਇਹਦੇ ਆਧਾਰ ਤੇ ਤੁਹਾਡੇ ਨਾਲ ਕਿਤੇ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਤੇ ਨਾਲ ਯਾਦ ਰੱਖ ਲਓ ਰੇਸ, ਕਾਸਟ, ਇਹਦੇ ਬਿਹਾਫ ਤੇ ਯਾਨੀ ਕਿ ਤੁਹਾਡੇ ਨਾਲ ਕਦੇ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ, ਬਟ ਡਿਸੈਂਟ ਇਹਨਾਂ ਵਿੱਚ ਨਹੀਂ ਹੈਗਾ। ਰਾਈਟ। ਸੋ ਇਹ ਆਨਸਰ ਆ ਗਿਆ। ਯਾਨੀ ਆਪਣਾ ਸੰਵਿਧਾਨ ਗਰੰਟੀ ਦਿੰਦਾਗਾ ਵੀ ਤੁਹਾਡਾ ਰੇਸ, ਕਾਸਟ, ਰਿਲੀਜਨ, ਜੈਂਡਰ, ਪਲੇਸ ਆਫ ਬਰਥ ਦੇ ਆਧਾਰ ਤੇ ਕਿਤੇ ਵੀ ਤੁਹਾਡੇ ਨਾਲ ਵਿਤਕਰਾ ਨਹੀਂ ਹੋਊਗਾ। ਇਹ ਆਰਟੀਕਲ 15 ਕਹਿੰਦਾ ਵਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਫॉर ਇਲੈਕਸ਼ਨ ਐਜ਼ ਐਮਪੀ ਰਾਜ ਸਭਾ ਰਿਲੇਟਡ ਟੂ ਵਿਚ ਆਰਟੀਕਲ, ਕਿਹੜੇ ਆਰਟੀਕਲ ਦੇ ਨਾਲ ਰਿਲੇਟ ਕਰਦਾ, ਜਲਦੀ ਤੋਂ ਜਲਦੀ ਕਮੈਂਟ ਕਰਕੇ ਆਨਸਰ ਇਹਦਾ ਦੱਸਿਆ ਜਾਵੇ। ਸੋ ਕੁਆਲੀਫਿਕੇਸ਼ਨ ਤੁਹਾਨੂੰ ਪਤਾ ਐਮਪੀ ਦੀ ਸਿਟੀਜ਼ਨ ਆਫ ਇੰਡੀਆ ਫਲਾਨਾ ਤੇ ਉਂਕਾ, ਤੇ ਬਾਕੀ ਰਾਜ ਸਭਾ ਦੀ ਜੇਕਰ ਆਪਾਂ ਏਜ ਦੀ ਗੱਲ ਕਰੀਏ ਤਾਂ ਕਿੰਨੀ ਹੁੰਦੀ ਹੈ 30 ਹੁੰਦੀ ਹੈ। ਲੋਕ ਸਭਾ ਦੀ ਕਿੰਨੀ ਹੁੰਦੀ ਹੈ 25 ਹੁੰਦੀ ਹੈ। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਸੋ ਕਿਹੜੇ ਆਰਟੀਕਲ ਦੇ ਨਾਲ ਰਿਲੇਟ ਆ, ਆਰਟੀਕਲ 84। ਸੋ ਇਹਨੂੰ ਹਮੇਸ਼ਾ ਯਾਦ ਰੱਖਣਾ। ਇਹੋ ਜਿਹੇ ਕੁਐਸਚਨ ਤੁਹਾਨੂੰ ਮੈਚ ਆਫ ਦਾ ਫੋਲੋਇੰਗ ਦੇ ਵਿੱਚ ਵੀ ਪੁੱਛੇ ਜਾਂਦੇ ਨੇ। ਓਕੇ, ਮੇਰੇ ਹਿਸਾਬ ਨਾਲ ਤੁਹਾਡਾ ਆਨਸਰ ਜਿਹੜਾ ਹੈਗਾ ਬਿਲਕੁਲ ਰਾਈਟ ਹੋਵੇਗਾ। ਇਹੋ ਜਿਹੇ ਕੁਐਸਚਨ ਤੁਹਾਨੂੰ ਵਨ ਲਾਈਨਰ ਵੀ ਮਿਲ ਸਕਦੇ ਆ। ਕੋਈ ਜ਼ਰੂਰੀ ਨਹੀਂ ਵੀ ਸਾਰੀਆਂ ਸਟੇਟਮੈਂਟਾਂ ਵਾਲੇ ਹੋਣਗੇ, ਵਨ ਲਾਈਨਰ ਵੀ ਹੋ ਸਕਦੇ ਆ। Which one of the following articles, ਕਿਹੜਾ ਆਰਟੀਕਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਮੇਕਸ ਦਾ ਪ੍ਰੋਵੀਜ਼ਨਸ ਟੂ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਤਾਂ ਕਿਹੜਾ ਆਰਟੀਕਲ ਆ ਦੱਸੋ ਜਿਹੜਾ ਪ੍ਰਮੋਟ ਕਰਦਾ ਵੀ ਆਪਣੀ ਇੰਟਰਨੈਸ਼ਨਲ ਪੀਸ ਬਣਿਆ ਰਹੇ, ਸਿਕਿਉਰਿਟੀ ਬਣੀ ਰਹੇ। ਸੋ ਕਿਹੜਾ ਪ੍ਰੋਵੀਜ਼ਨ ਆ, ਕਿਹੜਾ ਕਨਸਟੀਟਿਊਸ਼ਨ ਦਾ ਪ੍ਰੋਵੀਜ਼ਨ, ਆਰਟੀਕਲ ਮਤਲਬ ਕਿਹੜਾ ਹੈਗਾ। ਸੋ ਆਪਾਂ ਡੀਪੀਐਸਪੀ ਬੇਸਿਕਲ ਪੜ੍ਹਦੇ ਹਾਂ। ਡੀਪੀਐਸਪੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜੇ ਪਾਰਟ ਕਿਹਦੇ ਵਿੱਚ ਆਉਂਦਾ, ਪਾਰਟ 4 ਦੇ ਵਿੱਚ ਆਉਂਦਾਗਾ। ਸੋ ਇਹ ਤੁਸੀਂ ਯਾਦ ਰੱਖਣਾ। ਸੋ ਕਿਹੜਾ ਆਰਟੀਕਲ ਆ ਜੀ, ਆਰਟੀਕਲ 51। ਬੇਸਿਕਲੀ ਸਟੇਟ ਦੀ ਡਿਊਟੀ ਬਣਦੀ ਆ ਕਿ ਆਪਣੇ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਨੂੰ ਬਣਾ ਕੇ ਰੱਖਿਆ ਜਾਵੇ, ਉਸ ਚੀਜ਼ ਨੂੰ ਪ੍ਰਮੋਟ ਕਰਦੀ ਹੈ ਸਟੇਟ। ਸੋ ਸਟੇਟ ਦੀ ਡਿਊਟੀ ਆ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜਾ ਕਿ ਪਾਰਟ 4 ਦੇ ਵਿੱਚ ਆ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਆ ਗਿਆ, ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲਸ ਆਫ ਦਾ ਕਨਸਟੀਟਿਊਸ਼ਨ ਪ੍ਰੋਹਿਬਿਟਸ ਹਿਊਮਨ ਟ੍ਰੈਫਿਕਿੰਗ ਐਂਡ ਫੋਰਸਡ ਲੇਬਰ। ਹਿਊਮਨ ਟ੍ਰੈਫਿਕਿੰਗ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੀ ਟ੍ਰੈਫਿਕਿੰਗ ਜਿਹਨੂੰ ਆਪਾਂ ਕਹਿੰਦੇ ਆ, ਕੀ ਕਹਿੰਦੇ ਆ ਪੰਜਾਬੀ ਦੇ ਵਿੱਚ, ਚਲੋ ਦੇਹ ਵਪਾਰ ਕਹਿ ਸਕਦੇ ਹੋ ਨਾ। ਤਾਂ ਬੇਸਿਕਲੀ ਫੋਰਸਡ ਲੇਬਰ ਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾਗਾ। ਹਿਊਮਨ ਟ੍ਰੈਫਿਕਿੰਗ ਨਹੀਂ ਕੀਤੀ ਜਾ ਸਕਦੀਗੀ। ਧੱਕੇ ਦੇ ਨਾਲ ਕੰਮ ਨਹੀਂ ਕਰਾਇਆ ਜਾ ਸਕਦਾਗਾ। ਬੈਗਾਰ ਵੀ ਇਹਦਾ ਪਾਰਟ ਇੱਕ ਆਉਂਦਾਗਾ। ਚਲੋ ਕਹਿ ਲਓ ਥਿਊਰੀ ਦਾ ਪਾਰਟ ਆ। ਸੋ ਕਿਹੜਾ ਆਰਟੀਕਲ ਆ ਜਿਹੜਾ ਇਹਨਾਂ ਚੀਜ਼ਾਂ ਤੋਂ ਰੋਕਦਾਗਾ, ਯਾਨੀ ਕਿ ਸੰਵਿਧਾਨ ਦੇ ਵਿੱਚ ਕਿਹੜਾ ਆਰਟੀਕਲ ਆ, ਫੰਡਾਮੈਂਟਲ ਰਾਈਟ ਆਪਣਾ ਆਰਟੀਕਲ 23, ਬਹੁਤ ਹੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਤੁਹਾਡਾ ਆ ਗਿਆ ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲਸ ਆਫ ਦਾ ਕਨਸਟੀਟਿਊਸ਼ਨ ਗ੍ਰਾਂਟਸ ਦਾ ਰਾਈਟ ਟੂ
religious communities to set up their own schools and colleges। ਕਿਹੜਾ ਆਰਟੀਕਲ ਆ ਕਨਸਟੀਟਿਊਸ਼ਨ ਦਾ ਵੀ ਜਿਹੜਾ ਗ੍ਰਾਂਟ ਕਰਦਾ ਹੈ ਯਾਨੀ ਕਿ ਦਾ ਰਾਈਟ ਟੂ ਰਿਲੀਜੀਅਸ ਕਮਿਊਨਿਟੀ ਹੈ ਜਿਹੜੇ ਉਹ ਆਪਣੇ ਸਕੂਲ ਵਗੈਰਾ ਕਾਲਜਸ ਵਗੈਰਾ ਬਣਾ ਸਕਦੇ ਆ। ਸਿੰਪਲ ਜੀ ਗੱਲ ਆ, ਤੁਸੀਂ ਰਿਲੀਜੀਅਸ ਮਾਈਨੋਰਿਟੀ ਦੇ ਵਿੱਚ ਪੜ੍ਹਦੇ ਹੋ, ਸੋ ਆਰਟੀਕਲ 30 ਇਹਦਾ ਆਨਸਰ ਆ ਜਾਊਗਾ ਵੀ ਤੁਸੀਂ ਆਪਣੇ ਇੰਸਟੀਟਿਊਸ਼ਨ ਵਗੈਰਾ ਤਿਆਰ ਕਰ ਸਕਦੇ ਹੋ, ਬਣਾ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਦ ਲਾਈਫ ਆਫ ਪ੍ਰੈਜ਼ੀਡੈਂਸ਼ੀਅਲ ਆਰਡੀਨੈਂਸ। ਆਹ ਕੁਐਸਚਨ ਅੱਜ ਦੇ ਯੁੱਗ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੋ ਸਕਦਾ ਗਾ, ਕਿਉਂਕਿ ਐਗਰੀਕਲਚਰ ਆਰਡੀਨੈਂਸ ਤੁਹਾਨੂੰ ਪਤਾ ਐਗਰੀਕਲਚਰ ਕਰਕੇ ਕਿੰਨਾ ਜ਼ਿਆਦਾ ਰੌਲਾ ਪਿਆ ਹੋਇਆ। ਸੋ ਐਗਰੀਕਲਚਰ ਆਰਡੀਨੈਂਸ ਬੇਸਿਕਲੀ ਜਦੋਂ ਪਾਸ ਕੀਤਾ ਗਾ ਲੋਕਡਾਊਨ ਦੇ ਵਿੱਚ ਤਾਂ ਮਿਨੀਮਮ ਜਿਹੜਾ ਟਾਈਮ ਪੀਰੀਅਡ ਉਹਦਾ ਹੁੰਦਾ ਗਾ 6 ਵੀਕ ਦਾ ਹੁੰਦਾ ਤੇ ਉਸ ਤੋਂ ਬਾਅਦ 6 ਮੰਥ ਦਾ, ਯਾਨੀ ਕਿ ਇਹ ਟਾਈਮ ਪੀਰੀਅਡ ਦੇ ਵਿੱਚ ਆਰਡੀਨੈਂਸ ਨੂੰ ਐਕਟ ਬਣਾਉਣਾ ਹੀ ਪੈਂਦਾ ਗਾ। ਜੇਕਰ ਉਹ ਨਾ ਬਣੇ ਤਾਂ ਆਰਡੀਨੈਂਸ ਐਕਟ ਨਹੀਂ ਬਣਦਾ ਤਾਂ ਆਪਣੇ ਆਪ ਹੀ ਉਹ ਖਾਤਮਾ ਹੋ ਜਾਂਦਾ। ਇਸੇ ਕਰਕੇ ਜਿਹੜੇ ਹੈਗੇ ਆ ਉਹ ਆਪਣੇ ਮਿਨਿਸਟਰ ਸਾਹਿਬ ਯਾਨੀ ਕਿ ਮੋਦੀ ਸਾਹਿਬ, ਸੋ ਇਹ ਬੇਸਿਕਲੀ ਇਹਨਾਂ ਨੇ ਕਾਹਲੀ ਇਸੇ ਕਰਕੇ ਕੀਤੀ ਹੈ ਵੀ ਟਾਈਮ ਥੋੜਾ ਤੇ ਜਲਦੀ ਉਹਨੂੰ ਐਕਟ ਬਣਾ ਦਿੱਤਾ ਜਾਵੇ, ਸੋ ਬਣਾਤਾ ਇਸ ਕਰਕੇ, ਰਾਈਟ। ਸੋ ਇਹਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਯਾਨੀ ਕਿ ਲਾਈਫ ਹੁੰਦੀ ਹੈ ਜਿਹੜੀ 6 ਵੀਕ ਤੇ 6 ਮੰਥ ਹੁੰਦੀ ਹੈ, ਯਾਨੀ ਕਿ ਪਹਿਲਾ ਆਪਸ਼ਨ ਇਹਦਾ ਰਾਈਟ ਬਣਦਾ ਗਾ। maximum period for which the term of Lok Sabha state legislature may be extended while a proclamation of emergency is in operation। emergency ਲੱਗੀ ਹੋਵੇ ਤੇ ਉਧਰੋਂ ਆ ਜਾਣ ਇਲੈਕਸ਼ਨ ਆ ਤਾਂ ਲੋਕ ਸਭਾ ਜਿਹੜੀ ਹੈਗੀ ਹੈ ਜਾਂ ਸਟੇਟ ਲੈਜਿਸਲੇਚਰ ਹੈ ਜਿਹੜੀ ਉਹ ਕਿੰਨਾ ਟਾਈਮ ਐਕਸਟੈਂਡ ਕਰ ਸਕਦੇ ਆ ਆਪਾਂ। ਤਾਂ ਬਹੁਤ ਸੋਹਣਾ ਕੁਐਸਚਨ ਹੈ। ਮੈਕਸਿਮਮ ਪੀਰੀਅਡ ਕਿੰਨਾ ਹੋ ਸਕਦਾ ਹੈਗਾ ਤਾਂ 1 ਸਾਲ ਦੇ ਵਿੱਚ ਇੱਕ ਵਾਰੀ, ਯਾਨੀ ਕਿ 1 year at a time। ਯਾਨੀ ਫੋਰ ਐਗਜ਼ਾਮਪਲ ਜੇਕਰ ਆਪਣੇ 2000 ਯਾਨੀ ਕਿ ਆਪਾਂ ਹੁਣੀ ਮੰਨ ਲਓ ਵੀ ਆਪਣੇ ਮੰਨ ਲਓ ਇਲੈਕਸ਼ਨ ਹੈ, ਰਾਈਟ, ਹੁਣ ਇਲੈਕਸ਼ਨ ਹੈ ਤੇ ਐਮਰਜੈਂਸੀ ਲੱਗ ਜੇ ਤਾਂ ਲੋਕ ਸਭਾ 1 ਸਾਲ ਵਾਸਤੇ ਐਕਸਟੈਂਡ ਕੀਤੀ ਜਾ ਸਕਦੀ ਆ, ਰਾਈਟ ਆ, ਪਰ 1 year at a time, ਓਕੇ ਆ, 1 year at a time। ਚਲੋ ਜੀ ਮੁੜ ਕੇ ਯਾਨੀ ਕਿ ਦੁਬਾਰਾ ਫਿਰ ਜੇ ਐਮਰਜੈਂਸੀ ਪਹਿਲੀ ਗੱਲ ਤਾਂ ਹਟ ਹੀ ਜਾਓ ਐਮਰਜੈਂਸੀ ਸਾਲ ਬਾਅਦ, ਬਟ ਜੇ ਨਾ ਹਟੀ ਫਿਰ ਉਹਨੂੰ ਇੱਕ ਵਾਰੀ ਹੀ ਵਧਾ ਯਾਨੀ ਕਿ 1 ਸਾਲ 'ਚ ਇੱਕ ਵਾਰੀ ਹੀ ਵਧਾ ਸਕਦੇ, 1 year at a time, ਠੀਕ ਹੈ। ਸੋ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਆ ਗਿਆ ਜੀ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਬਹੁਤ ਸੋਹਣਾ ਕੁਐਸਚਨ ਹੈ। ਦ ਰਾਜ ਸਭਾ ਹੈਜ਼ ਆਲਮੋਸਟ equal power in all areas of legislation with the Lok Sabha। दूसरा, in the case of conflicting legislation there is a provision of joint sitting of the two ਹਾਊਸਿਸ। ਸੋ ਬੇਸਿਕਲੀ ਜੇਕਰ ਆਪਾਂ ਦੇਖਿਆ ਜਾਵੇ ਕਿ ਰਾਜ ਸਭਾ ਤੇ ਲੋਕ ਸਭਾ ਦੀਆਂ ਪਾਵਰਾਂ, ਹਾਲਾਂਕਿ ਇਹਨਾਂ ਦੀਆਂ ਪਾਵਰਾਂ ਕਿਤੇ ਨਾ ਕਿਤੇ ਲੋਕ ਸਭਾ ਜਿਵੇਂ ਕਿ ਮਨੀ ਬਿੱਲ ਦੇ ਆਧਾਰ ਤੇ ਦੇਖ ਲਈਏ ਤਾਂ ਲੋਕ ਸਭਾ ਕੋਲੇ ਜ਼ਿਆਦਾ ਪਾਵਰ ਹੈ, ਬਟ ਜੇਕਰ ਆਪਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਜਾਂ ਆਪਾਂ ਦੇਖ ਲਈਏ ਵੀ ਆਲ ਇੰਡੀਆ ਜਿਹੜਾ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਆਹ ਕੀ ਕਹਿੰਦੇ ਹੁੰਦੇ ਆ UPSC ਵਗੈਰਾ ਦੇ ਪੇਪਰ ਹੁੰਦੇ ਯਾਨੀ ਕਿ, ਰਾਈਟ। ਸੋ ਜੇਕਰ ਉਧਰ ਤੁਸੀਂ ਜਾਓਗੇ ਤਾਂ ਉੱਥੇ ਤੁਹਾਨੂੰ ਰਾਜ ਸਭਾ ਦੀ ਪਾਵਰ ਜ਼ਿਆਦਾ ਮਿਲੂਗੀ, ਆਲ ਇੰਡੀਆ ਸਰਵਿਸਿਜ਼, ਰਾਈਟ। ਚਲੋ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਕਿਤੇ ਕਿਤੇ ਤੁਹਾਨੂੰ ਰਾਜ ਸਭਾ ਸਟਰੋਂਗ ਮਿਲੂਗੀ, ਕਿਤੇ ਕਿਤੇ ਤੁਹਾਨੂੰ ਲੋਕ ਸਭਾ ਸਟਰੋਂਗ ਮਿਲੂਗੀ। ਸੋ ਪਰ ਜੇਕਰ ਆਪਾਂ ਓਵਰਆਲ ਦੇਖੀਏ ਯਾਨੀ ਕਿ ਆਲਮੋਸਟ ਇਹਨਾਂ ਦੀਆਂ ਜਿਹੜੀਆਂ ਪਾਵਰਾਂ ਉਹ ਇਕੁਅਲੀ ਹੋ ਜਾਂਦੀਆਂ ਕਿਤੇ ਨਾ ਕਿਤੇ ਜਾ ਕੇ। ਸੋ ਦਾ ਰਾਜ ਸਭਾ ਹੈਜ਼ ਆਲਮੋਸਟ ਇਕੁਅਲ ਪਾਵਰ ਇਨ ਆਲ ਏਰੀਆਜ਼ ਆਫ ਲੈਜਿਸਲੇਸ਼ਨ ਵਿਦ ਲੋਕ ਸਭਾ, ਲਗਭਗ ਬਰਾਬਰੀ ਹੈ। ਇਹ ਬਹੁਤ ਕੰਟਰੋਵਰਸੀ ਵਾਲਾ ਕੁਐਸਚਨ ਹੈ, ਬਟ ਇਹਦੇ ਵਿੱਚ ਆਨਸਰ ਇਹੀ ਬਣਦਾ। ਇਨ ਕੇਸ ਆਫ ਕਨਫਲਿਕਟਿੰਗ ਲੈਜਿਸਲੇਸ਼ਨ, ਜੇਕਰ ਕਨਫਲਿਕਟ ਹੁੰਦਾਗਾ ਤਾਂ ਪ੍ਰੋਵੀਜ਼ਨ ਹੈ ਕਿ ਜੁਆਇੰਟ ਸਿਟਿੰਗ ਵਗੈਰਾ ਹੋ ਸਕਦੀ ਆ ਆਫ ਦਾ 2 ਹਾਊਸਿਸ। ਤੇ ਜਿਹੜਾ ਜੁਆਇੰਟ ਸਿਟਿੰਗ ਹੁੰਦੀ ਹੈ ਕਿਹੜੇ ਆਰਟੀਕਲ ਦੇ ਰਾਹੀਂ ਹੁੰਦੀ ਹੈ? 108 ਆਰਟੀਕਲ ਦੇ ਰਾਹੀਂ ਹੁੰਦੀ ਹੈ। ਉਹਨੂੰ ਪ੍ਰੀਸਾਈਡ ਕੌਣ ਕਰਦਾਗਾ? ਉਹਨੂੰ ਪ੍ਰੀਸਾਈਡ ਕਰਦਾ ਸਪੀਕਰ ਆਫ ਦਾ ਲੋਕ ਸਭਾ, ਇਹ ਵੀ ਤੁਸੀਂ ਯਾਦ ਰੱਖਣਾਗਾ। ਤੇ ਬੁਲਾਉਂਦਾ ਕੌਣ ਆ ਜੁਆਇੰਟ ਸਿਟਿੰਗ? ਬੁਲਾਉਂਦਾ ਕੌਣ ਆ? ਪ੍ਰੈਜ਼ੀਡੈਂਟ, ਰਾਈਟ। ਬਟ ਪ੍ਰੀਸਾਈਡ ਸਪੀਕਰ ਆਫ ਦਾ ਲੋਕ ਸਭਾ ਕਰਦਾ, ਨਾ ਕਿ ਚੇਅਰਮੈਨ। ਯਾਨੀ ਕਿ ਇਹਦਾ ਬੋਥ ਆਨਸਰ ਆ ਗਿਆ ਹੈ, ਕਰੈਕਟ ਪੁੱਛਿਆ ਆਪਾਂ ਨੂੰ, ਓਕੇ। ਨੈਕਸਟ ਆ ਗਿਆ ਵਿਚ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਹੈਜ਼ ਬੀਨ ਯੂਜ਼ਡ ਬਾय ਦਲਿਤ ਯਾਨੀ ਕਿ ਲੋਅਰ ਕਾਸਟ ਐਂਡ ਕਲਾਸ ਟੂ ਸੀਕ ਇਕੁਐਲਿਟੀ ਇਨ employment or before law if it has been denied to them। ਤਾਂ ਬੇਸਿਕਲੀ ਆਪਾਂ ਜਿਹੜਾ ਲੋਅਰ ਕਾਸਟ ਜਾਂ ਆਪਾਂ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬ ਦੀ ਗੱਲ ਕਰਦੇ ਹਾਂ, ਇੰਪਲੋਇਮੈਂਟ ਦੇ ਅਧੀਨ ਕਿਹੜੇ ਆਰਟੀਕਲ ਦੇ ਅਧੀਨ ਗੱਲ ਕਰਦੇ ਹਾਂ? ਆਪਾਂ ਆਰਟੀਕਲ 16 ਦੇ ਅਧੀਨ ਕਰਦੇ ਹਾਂ। ਇੱਥੇ ਆਪਾਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ। ਆਰਟੀਕਲ 16 ਦੇ ਵਿੱਚ ਆਪਾਂ ਕੀ ਕਰਦੇ ਹਾਂ? ਜਿਹੜੀ ਇੰਪਲੋਇਮੈਂਟ ਦੀ ਗੱਲ ਕਰਦੇ ਹਾਂ ਤਾਂ ਉਹ ਸਾਰੇ ਪ੍ਰੋਵੀਜ਼ਨ ਇਹਦੇ ਵਿੱਚ ਦਿੱਤੇ ਹੋਏ ਆ। ਆਰਟੀਕਲ 17 ਆਪਾਂ ਕੀ ਕਹਿੰਦੇ ਹਾਂ? ਅਨਟੱਚੇਬਿਲਟੀ। ਆਰਟੀਕਲ 18 ਤੁਹਾਡਾ ਟਾਈਟਲਸ ਦੇ ਨਾਲ ਰਿਲੇਟਡ ਆ। ਆਰਟੀਕਲ 19 ਫਰੀडम ਦੇ ਨਾਲ ਰਿਲੇਟਡ ਆ, ਰਾਈਟ। ਫਰੀडम ਵਗੈਰਾ ਦਿੱਤੀਆਂ ਹੋਈਆਂ ਤੁਹਾਡੀਆਂ, ਠੀਕ ਹੈ। ਸੋ ਇਹ ਹੈ ਸਾਰਾ ਕੁਝ। ਇਸ ਤੋਂ ਬਾਅਦ ਆ ਗਿਆ ਤੁਹਾਡਾ ਇਨ ਵਿਚ ਆਫ ਦਾ ਫੋਲੋਇੰਗ ਈਅਰ ਦ ਗਵਰਨਮੈਂਟ ਆਫ ਇੰਡੀਆ ਹੈਡ ਅਮੈਂਡਡ ਦਾ ਚਾਈਲਡ ਲੇਬਰ ਪ੍ਰੀਵੈਂਸ਼ਨ ਐਕਟ banning employment of children under 14 years of age as domestic servant or as a worker in the ਢਾਬਾ, restaurant, tea shops।
ओके आ प्रोहिबिशन है यानी कि चाइल्ड लेबर ते प्रोहिबिशन लाई गई है ਉਹਦੇ ਐਕਟ ਦੇ ਅਧੀਨ ਕੁਝ ਪੁੱਛਿਆ ਹੈਗਾ ਵੀ ਕਿਹੜੇ ਸਾਲ ਦੇ ਵਿੱਚ ਬੇਸਿਕਲੀ ਇਹ ਅਮੈਂਡਮੈਂਟ ਆਈ ਹੈ ਓਕੇ ਆ ਚਾਈਲਡ ਆਫ ਲੇਬਰ ਅਮੈਂਡਮੈਂਟ ਇਹੋ ਜਿਹਾ ਕੁਝ ਪੁੱਛਿਆ ਨਾ ਇਹਦੇ ਵਿੱਚ ਇਨ ਦਾ ਫੋਲੋਇੰਗ ਵਿੱਚ ਫੋਲੋ ਤਾਂ ਅਕਤੂਬਰ 2006 ਜੇਕਰ ਆਪਾਂ ਇਹਦੀ ਸ਼ੁਰੂਆਤ ਦੇਖੀਏ ਵੀ ਬੇਸਿਕਲੀ ਚਲੋ ਇਹ ਅਮੈਂਡਮੈਂਟ ਹੈ ਸ਼ੁਰੂਆਤ ਇਹਦੀ 1986 ਤੋਂ ਹੋਈ ਸੀ ओरिजिन ਇਹਦਾ 1986 ਆ ਉਸ ਤੋਂ ਬਾਅਦ ਇਹ ਚੀਜ਼ ਹੋਈ ਹੈ ਸੋ ਇਹਦਾ ਮਤਲਬ ਇਹ ਬਿਲਕੁਲ ਰਾਈਟ ਹੈ ਅਕਤੂਬਰ 2006 ਆ ਜਾਊਗਾ communal politics है जिहड़ी is based on the belief that communal politics की है सो तुसी 1909 ਤੁਹਾਡੇ ਯਾਦ ਹੋਊਗਾ ਜਿਹਦੇ ਵਿੱਚ ਆਪਾਂ ਕਮਿਊਨਲ ਇਲੈਕਟੋਰੇਟ ਪੜ੍ਹਦੇ ਸੀਗੇ ਜਿਹਦੇ ਵਿੱਚ ਸੈਪਰੇਟ ਇਲੈਕਟੋਰੇਟ ਮੁਸਲਿਮਸ ਨੂੰ ਦਿੱਤਾ ਗਿਆ ਸੀ ਕਹਿਣ ਦਾ ਮਤਲਬ ਕੀ ਸੀਗਾ ਵੀ ਜਿਹੜਾ ਮੁਸਲਿਮ ਰਿਪਰੈਜ਼ੈਂਟੇਟਿਵ ਆ ਉਹਨੂੰ ਵੋਟ ਆ ਜਿਹੜਾ ਉਹ ਮੁਸਲਿਮ ਹੀ ਪਾ ਸਕਦਾ ਹੈਗਾ ਸੋ ਉਹੀ ਗੱਲ ਹੈ ਕਿ ਬੇਸਿਕਲੀ ਇਹਦਾ ਆਨਸਰ ਕੀ ਆ ਜਾਊਗਾ ਵਨ ਰਿਲੀਜਨ ਇਜ਼ ਸੁਪੀਰੀਅਰ ਟੂ ਦਾ ਆਫ ਦਾ ਅਦਰਸ people belonging to different religious groups can live together happily nahi followers of a particular religion constitute one community हाँ ठीक है so basically followers of particular religion constitute particular community उसे community तो हो गया right उसे तो ही बनता communal ਦਾ ਮਤਲਬ ਹੀ ਇਹ ਹੈ right so C ਇਹਦਾ right answer ਬਣਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ what is the condition for the recognition as a state party by the election commission of India ਤਾਂ ਦੱਸੋ ਭਾਈ state party by the election commission of India ਕੀ condition ਹੈ so a party must secure at least 6% of the total votes in the election to the legislative assembly of the respective state okay a state party must have minimum 2 seats 2 ਸੀਟਾਂ ਹੋਣ ਕਹਿੰਦਾ ਵੀ ਜਾਂ ਤਾਂ 6% ਉਹਦੇ ਕੋਲੇ ਆ ਜਾਣ ਟੋਟਲ ਵੋਟਸ ਇਨ ਦਾ ਇਲੈਕਸ਼ਨ ਜਿਹੜੀਆਂ ਲੈਜਿਸਲੇਟਿਵ ਅਸੈਂਬਲੀ ਦੀ ਹੁੰਦੀਆਂ ਜਾਂ 2 ਸੀਟਾਂ ਆ ਜਾਣ ਇਨ ਇਲੈਕਸ਼ਨ ਲੈਜਿਸਲੇਟਿਵ ਅਸੈਂਬਲੀ ਆਫ ਦਾ ਸਟੇਟ ਜਾਂ ਫਿਰ ਉਹ ਕਹਿੰਦਾ ਕਿ ਵੀ 6% ਵੀ ਆ ਜੇ ਐਂਡ ਮਿਨੀਮਮ 2 ਸੀਟਸ ਵੀ ਆ ਜਾਣ ਓਕੇ ਆ ਤੇ ਜਾਂ ਫਿਰ ਉਹ ਕਹਿੰਦਾ 6% ਆ ਜੇ ਜਾਂ ਔਰ ਮਿਨੀਮਮ 2 ਸੀਟਸ ਆ ਜਾਣ ਸੋ ਆਹੀ ਰਾਈਟ ਆ ਯਾਨੀ ਕਿ ਜੇਕਰ ਤੁਸੀਂ ਸਟੇਟ ਪਾਰਟੀ ਜਿਹੜੀ ਉਹਦੀ ਕੀ ਕਹਿੰਦੇ ਹੁੰਦੇ ਕੰਡੀਸ਼ਨ ਕੀ ਹੈ ਸਟੇਟ ਪਾਰਟੀ ਦੀ ਬਣਨ ਦੀ so 6% of the total votes ਜਾਂ ਫਿਰ 2 minimum seats in an election to the legislative assembly of the state okay ਹੋਗਾ ਯਾਨੀ ਕਿ fourth option ਦਾ right ਬਣਦਾ which one of the following statements correctly explains the meaning of the term secular ਅੱਛਾ ਜੇਕਰ ਤੁਸੀਂ ਅਜੇ ਤੱਕ ਲਾਈਕ ਦਾ ਬਟਨ ਨਹੀਂ ਦੱਬਿਆ ਤਾਂ ਪਲੀਜ਼ ਲਾਈਕ ਕਰੋ ਜੇਕਰ ਕੁਝ ਵੀ ਸਮਝ ਨਹੀਂ ਲੱਗ ਰਿਹਾ ਤਾਂ ਪਲੀਜ਼ ਜਾ ਕੇ ਪੋਲਿਟੀ ਪੜ੍ਹੋ ਤੇ ਤੁਹਾਨੂੰ ਮੈਂ ਦੱਸ ਦੇਣਾ ਕਿ ਆਪਣਾ ਕੋਰਸ ਵੀ ਚੱਲ ਰਿਹਾ ਹੈਗਾ ਆਪਣੀ ਰੇਸ ਅਕੈਡਮੀ ਅਫੀਸ਼ੀਅਲ ਡਾਊਨਲੋਡ ਕਰੋ ਐਪਲੀਕੇਸ਼ਨ ਤੇ ਉੱਥੇ ਜਾ ਕੇ ਲੈਸਨਸ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਢੰਗ ਦੇ ਨਾਲ ਰਾਈਟ ਹੈ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ ਚਲੋ ਪਲੇ ਸਟੋਰ ਤੇ ਜਾ ਕੇ which one of the following statements correctly explains the meaning of the term secular ਦਾ meaning ਕੀ ਹੁੰਦਾ ਸੋ ਸੈਕੂਲਰ ਦਾ ਮੀਨਿੰਗ ਬੇਸਿਕਲੀ ਇਹ ਹੁੰਦਾ ਵੀ ਗਵਰਨਮੈਂਟ ਆ ਜਿਹੜੀ ਉਹ ਕਿਸੇ ਵੀ ਰਿਲੀਜਨ ਦੀ ਫੇਵਰ ਦੇ ਵਿੱਚ ਨਹੀਂ ਕੰਮ ਕਰਦੀ ਠੀਕ ਹੈ ਪੀਪਲ ਹੈਵ ਲਿਬਰਟੀ ਟੂ ਪ੍ਰੈਕਟਿਸ ਦਾ ਰਿਲੀਜਨ ਔਰ ਆਫ ਦੇਅਰ ਚੋਇਸ ਪੀਪਲ ਆ ਜਿਹੜੇ ਲੋਕ ਆ ਜਿਹੜੇ ਉਹ ਆਪਣੀ ਆਜ਼ਾਦੀ ਰੱਖਦੇ ਆ ਕਿਸੇ ਵੀ ਰਿਲੀਜੀਅਸ ਨੂੰ ਉਹ ਉਹਦੀ ਪ੍ਰੈਕਟਿਸ ਕਰ ਸਕਦੇ ਆ ਪਰੰਪਰਾਵਾਂ ਨੂੰ ਮੰਨ ਸਕਦੇ ਆ ਪੀਪਲ ਹੈਵ ਲਿਬਰਟੀ ਟੂ ਪ੍ਰੋਪੇਗੇਟ ਦੇਅਰ ਰਿਲੀਜਨ ਕਿਸੇ ਵੀ ਰਿਲੀਜਨ ਨੂੰ ਪ੍ਰਮੋਟ ਕਰ ਸਕਦੇ ਯਾਨੀ ਕਿ ਤਿੰਨੇ ਹੀ ਆਪਸ਼ਨ ਰਾਈਟ ਬਣਦੇ ਆ ਇਹਦਾ ਆਨਸਰ ਜਿਹੜਾ ਆ ਗਿਆ A B C ਆ ਗਿਆ ਓਕੇ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਕਨਸਟੀਟਿਊਐਂਟ ਅਸੈਂਬਲੀ ਡਰਾਫਟਡ ਅ ਕਨਸਟੀਟਿਊਸ਼ਨ ਆਪਣਾ ਡਰਾਫਟ ਹੁੰਦਾਗਾ ਫॉर ਐਨ ਇੰਡੀਪੈਂਡੈਂਟ ਇੰਡੀਆ ਕਦੋਂ ਤੋਂ ਕਦੋਂ ਲੈ ਕੇ ਤੁਹਾਨੂੰ ਪਤਾ ਹੈ ਕਿ ਬੇਸਿਕਲੀ ਆਪਣਾ ਕਨਸਟੀਟਿਊਸ਼ਨ ਬਣਨ ਲੱਗਦਾਗਾ ਆਫਟਰ ਕੈਬਨਿਟ ਮਿਸ਼ਨ ਪਲਾਨ 1946 ਤੋਂ ਬਾਅਦ ਆਪਣਾ ਬਣ ਜਾਂਦਾਗਾ 26 ਨਵੰਬਰ 1949 ਤੱਕ ਬਣ ਜਾਂਦਾਗਾ ਇਸ ਦਿਨ ਆਪਾਂ ਅਡਾਪਟ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇੰਪਲੀਮੈਂਟ ਹੁੰਦਾਗਾ 26 ਜਨਵਰੀ 1950 ਨੂੰ ਆਪਾਂ ਇੰਪਲੀਮੈਂਟ ਕਰ ਲੈਂਦੇ ਹਾਲਾਂਕਿ 26 ਨਵੰਬਰ 1949 ਨੂੰ ਵੀ ਕੁਛ ਆ ਜਿਹੜੇ ਆਰਟੀਕਲ ਉਹਨਾਂ ਨੂੰ ਆਪਾਂ ਲਾਗੂ ਕਰ ਦਿੰਦੇ ਆ ਰਾਈਟ ਸੋ ਯਾਨੀ ਕਿ ਜਿਹੜਾ ਡਰਾਫਟ ਹੋਇਆ ਬੇਸਿਕਲੀ ਉਹ ਦਸੰਬਰ 1946 ਤੋਂ ਲੈ ਕੇ ਨਵੰਬਰ 1949 ਤੱਕ ਹੋਇਆਗਾ ਯਾਨੀ ਕਿ ਆਹ ਬਿਲਕੁਲ ਰਾਈਟ ਬਣਦਾ ਹੈ ਓਕੇ ਇਸ ਤੋਂ ਬਾਅਦ ਆ ਗਿਆ which one of the following statements is not correct in the Indian context ਪਹਿਲੇ ਹੀ ਦਿੱਤਾ all are correct ਅੱਛਾ ਦੇਖ ਲੈਣੇ ਲੋਕ ਸਭਾ has a fixed term of the 5 year ਬਿਲਕੁਲ ਰਾਈਟ ਹੈ ਰਾਜ ਸਭਾ is permanent house ਬਿਲਕੁਲ ਰਾਈਟ ਹੈ ਰਾਜ ਸਭਾ can be dissolved ਨਾ can not be dissolved ਕਿਉਂਕਿ ਰਾਜ ਸਭਾ ਇੱਕ ਪਰਮਾਨੈਂਟ ਮੈਂਬਰ ਹੈ ਪਰਮਾਨੈਂਟ ਹਾਊਸ ਹੈ ਇਹਦੇ ਦੇ ਜਿਹੜੇ ਮੈਂਬਰ ਆ ਉਹ 2 ਸਾਲਾਂ ਬਾਅਦ ਯਾਨੀ ਕਿ ਜਿਹੜੇ ਹੈਗੇ ਮੈਂਬਰ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਆ ਜਾਂਦੇ ਆ 2/3 ਰਾਈਟ ਤੇ 6 ਸਾਲਾਂ ਬਾਅਦ ਯਾਨੀ ਕਿ ਡਿਸੋਲਵ ਨਹੀਂ ਹੋ ਸਕਦਾ ਕੈਨ ਨਾਟ ਬੀ ਡਿਸੋਲਵ ਲੋਕ ਸਭਾ ਆਪਾਂ ਡਿਸੋਲਵ ਹੋ ਸਕਦੀ ਹੈ ਯਾਨੀ ਆ ਬਿਲਕੁਲ ਇਨਕਰੈਕਟ ਹੋ ਗਿਆ ਨਾਟ ਕਰੈਕਟ ਹੀ ਆਪਾਂ ਨੂੰ ਪੁੱਛਿਆ ਹੈਗਾ which one of the following statements is not correct in the reference to the fundamental rights ਦੱਸੋ they are granted to all human beings okay they protect only the citizen of India नहीं
दे प्रोटैक्ट ओनली द सिटीजन नहीं हैगा, सिटीजन ते फॉरनर वास्ते भी फंडामेंटल राइट हैगे आ, यानी कि कुछ आर्टिकल हैगे आ। सो ये बिल्कुल गलत बनता, यानी कि ओनली फॉर सिटीजन नहीं हैगा, सिटीजन भी है ते नॉन सिटीजन भी है, बोथ वास्ते है। हाँ कुछ आर्टिकल कल्ले सिटीजन वास्ते भी हैगे, कुछ आर्टिकल दोनों वास्ते वर्क करते हैं। सो आही स्टेटमेंट गलत है। दे आर अवेलेबल टू द माइनॉरिटी कम्युनिटीज, ओके है। दे आर अवेलेबल टू द शेड्यूल कास्ट, ये भी ओके है, यानी कि ਇਹਦਾ सैकंड ऑप्शन ही राइट बनता है। विच ऑफ द फॉलोइंग इज नॉट फीचर ऑफ इलैक्शन सिस्टम इन इंडिया, ਕਿਹੜਾ फीचर ਇਹਨਾਂ ਦੇ ਵਿੱਚ नहीं हैगा। यूनीवर्सल डेट फ्रेंचाइज 18+ वोट करो, ओके है। सीक्रेट वोटिंग भी हैगी है प्रेजिडेंट दी इलैक्शन। रिजर्वेशन ऑफ सीट्स इन द लैजिस्लेचर फॉर द मैंबर्स ऑफ द शेड्यूल कास्ट्स एंड शेड्यूल ट्राइब, ऑब्वियसली गल है रिजर्वेशन वगैरह हैगा। कम्यूनल इलैक्टोरेट ये नहीं हैगा अपने, यानी ये तो नहीं हैगा ना भी जे मुस्लिम खड़ा होंदा तो उन्होंने मुस्लिम भी वोट पाउंदे, जे सिख खड़ा होंदा उन्होंने सिख ही वोट पाउंदे, जे हिंदू खड़ा होंदा तो हिंदू वोट पाउंदे। कम्यूनल इलैक्टोरेट नहीं हैगा, यानी कि यह गलत है। क्या आप बोर तो नहीं हो रहे? जेकर बोर हो रहे हो तो भाई थ्योरी पढ़नी चाहिए, फिर ही तुसीं क्वेश्चनां नूं कर सकदे हो, राइट। सो थ्योरी पढ़िया करो फिर ही है। सो लाइक का बटन जरूर दबो, ठीक है। क्वेश्चन कई बारी इंटरस्टिंग भी नहीं हो सकते हर वारी, राइट। मैंबर्स ऑफ एन इलैक्शन कमीशन आर अपॉइंटेड बाय, किहदे द्वारा अपॉइंट किया जाता है? प्रेजिडेंट ऑफ इंडिया द्वारा अपॉइंट किया जाता है। मैंबर ऑफ इलैक्शन कमीशन आर अपॉइंटेड बाय। इस तो बाद आ गया विच आर्टिकल ऑफ द इंडियन कॉन्स्टिट्यूशन सेज दैट इंडिया विल बी एन इलैक्शन कमीशन इन इंडिया, केड़ा आर्टिकल है जिहड़ा कहंदा भी इंडिया दे विच इलैक्शन कमीशन इंडिया, मतलब इलैक्शन कमीशन केड़े आर्टिकल के थ्रू आउंदा गा? आर्टिकल 324, सौखा गा। इस तो बाद आ गया विच आर्टिकल इन द कॉन्स्टिट्यूशन गिव प्रोविजनस फॉर द इलैक्टोरल सिस्टम इन आवर कंट्री, केड़ा आर्टिकल है संविधान का जिहड़ा प्रोविजन दिंदा गा इलैक्टोरल सिस्टम इन अवर कंट्री? तो तुहानूं पता यह पार्ट 15 दे विच आउंदा गा, पार्ट 15 का पार्ट है आर्टिकल 324 तो लैके 329, राइट। ये याद तुसीं रखना गा। वट इज द मैक्सीमम अलाउड ड्यूरेशन बिटवीन द लास्ट सैशन ऑफ द डिजॉल्वड लोक सभा एंड रिकॉलिंग द लोक सभा, यानी कि लोक सभा डिजॉल्व ते रिकॉलिंग लोक सभा इन्हां दोनों दे विचकार टाइम पीरियड कितना हुंदा गा? मैक्सीमम 6 मंथ, यानी कि डी ऑप्शन मैक्सीमम 6 मंथ, ओके है। इस तो बाद आ गया ड्यूरिंग द प्रोक्लेमेशन ऑफ एमरजेंसी, एमरजेंसी लगी हुई है, इज इन ऑपरेशन द टर्म ऑफ लोक सभा मे बी एक्सटेंडेड एट ए टाइम फॉर अ पीरियड नॉट एक्सीडिंग, ਉਹੀ आ गया ਤੁਹਾਨੂੰ मैं दस्सिया सीगा 1 ईयर, यानी कि 1 ईयर एट ए टाइम। ये तो पहला भी आ चुका है, ठीक है। बाकी थ्योरी दे विच समझावांगे की चीज़ है, बाकी इसदा आंसर आ गया सी। विच फीचर ऑफ द इंडियन कॉन्स्टिट्यूशन इज नॉट टेकन फ्रॉम अमेरिकन कॉन्स्टिट्यूशन, केड़ा आपां अमेरिकन कॉन्स्टिट्यूशन का नहीं लिया? सो भाई लाइक का बटन दबो, मंगणियां पैंदियां लाइक हूं तो कोई करता नहीं जे मंग के भी कर दो वो भी बहुत बड़ी गल हो जाती है, क्योंकि क्वेश्चन का लैवल तुहानूं दिख ही रहा। बाकी ने मैं तुहानूं दस देना कि लक्ष्मीकांत जेकर तुसीं पढ़ना चाहो पॉलिटी की लक्ष्मीकांत पढ़ सकते हो, बहुत ही वधिया बुक है। तो चाहे तुसीं किसी भी पेपर की तैयारी करनी है लक्ष्मीकांत तुहानूं पढ़नी चाहिए, राइट। चलो खैर, तो विच फीचर कॉन्स्टिट्यूशन इज नॉट टेकन फ्रॉम अमेरिकन कॉन्स्टिट्यूशन? प्रियंबल, प्रियंबल है जिहड़ा यूएसए तो लिया आपां, ओके हो गया। सिंगल सिटीजनशिप जिहड़ा आपां यूएसए तो नहीं लिया, ये कित्थों लिया आपां? कित्थों लिया आपां? यूके तो लिया गया, ठीक है। कैनेडा तो आपां सेंटर स्ट्रोंग मंगी है, बट हाँ सिंगल सिटीजनशिप अपना यूके तो है, यूके का कंसैप्ट है। जुडिशियल रिव्यू आप यूएसए तो लिया, फंडामेंटल राइट्स आप यूएसए तो लिया, पार्ट 3 दे विच, ओके आ। चलो, फ्रॉम विच कंट्री द कंसैप्ट फंडामेंटल ड्यूटी आ? फंडामेंटल ड्यूटियां आपां कित्थों लईआं? आर्टिकल 51 ए दे विच आ, ते पार्ट तुहाडा किहड़ा गया है 4A। तो फंडामेंटल ड्यूटी ऑफ इंडियन कॉन्स्टिट्यूशन टेकन फ्रॉम रशिया, यानी कि USSR, ठीक है। सो ये तुसीं याद रखना गा। DPSP की गल करांगे तो वह कित्थों लिया गा? आयरिश कॉन्स्टिट्यूशन तो। फंडामेंटल राइट की गल करांगे तो वह कित्थों लिया आपां? USA तो। आ पार्ट 4 दे विच, आ पार्ट 3 दे विच, राइट। सो ये सारा कुछ इंपॉर्टेंट बनता गा। विच वन ऑफ द फॉलोइंग आर्टिकल्स डील्स विद द अपॉइंटमेंट ऑफ द जजिज? जे तो इत्थे हुण जजिज लिखिया, देखो इत्थे ना, इत्थे इन्हां नूं लिखना चाहिदा सीगा अपॉइंटमेंट ऑफ द जजिज ऑफ द हाई कोर्ट लिखना चाहिदा सीगा, फिर क्वेश्चन ज़्यादा बेहतर बन जाता। तो हाई कोर्ट आ तो 217, बट जेकर आप सुप्रीम कोर्ट की गल करिए तो फिर 124 आऊगा, ठीक है। 124 सुप्रीम कोर्ट, बट हाई कोर्ट वास्ते 217, सो दैट इज ओके। हु अपॉइंट्स द लोकायुक्ता एंड उपालोकायुक्ता? कौन अपॉइंट करदा गा? तो इसदा आंसर आ जाऊगा गवर्नर ऑफ द चीफ मिनिस्टर ऑफ द स्टेट, चीफ मिनिस्टर ऑफ द स्टेट इसदा आंसर आ जाएगा।
इस तो बाद आ गया भी हु इज द रीयल हैड ऑफ द स्टेट्स काउंसिल ऑफ मिनिस्टर। ਰੀਅਲ ਹੈਡ ਕੌਣ ਹੁੰਦਾ ਗਾ? ਬਹੁਤ ਸੌਖਾ ਗਾ। ਤਾਂ ਜਿਵੇਂ ਆਪਾਂ ਸੈਂਟਰ ਦੀ ਗੱਲ ਕਰਦੇ ਹਾਂ ਤਾਂ ਸੈਂਟਰ ਦੇ ਵਿੱਚ ਜੇਕਰ ਹੈਡ ਆਫ ਦਾ ਸਟੇਟ ਪੁੱਛਿਆ ਜਾਵੇ, ਸੈਂਟਰ ਦੇ ਵਿੱਚ ਆਪਾਂ ਯੂਨੀਅਨ ਦੀ ਗੱਲ ਕਰਦੇ ਹਾਂ, ਹੈਡ ਆਫ ਦਾ ਸਟੇਟ ਪੁੱਛਿਆ ਜਾਵੇ ਤਾਂ ਕੌਣ ਹੈ? ਪ੍ਰੈਜ਼ੀਡੈਂਟ। ਹੈਡ ਆਫ ਦਾ ਸਟੇਟ ਕੌਣ ਹੈ? ਪ੍ਰੈਜ਼ੀਡੈਂਟ। ਬਟ ਜੇਕਰ ਰੀਅਲ ਹੈਡ ਜਾਂ ਐਗਜ਼ੀਕਿਊਟਿਵ ਹੈਡ ਪੁੱਛਿਆ ਜਾਵੇ ਤਾਂ ਕੌਣ ਹੈ? ਫਿਰ ਪੀਐਮ ਹੈ। ਇਸੇ ਤਰੀਕੇ ਨਾਲ ਆਪਾਂ ਸੈਂਟਰ ਤੋਂ ਸਟੇਟ ਦੇ ਵਿੱਚ ਵੀ ਆ ਸਕਦੇ ਹਾਂ। ਤਾਂ ਹੈਡ ਆਫ ਦਾ ਸਟੇਟ ਤੁਹਾਡਾ ਗਵਰਨਰ ਹੋ ਗਿਆ, ਬਟ ਰੀਅਲ ਹੈਡ ਜਾਂ ਐਗਜ਼ੀਕਿਊਟਿਵ ਹੈਡ ਆਫ ਦਾ ਸਟੇਟ ਆਫ ਦਾ ਕਾਉਂਸਲ ਆਫ ਮਿਨਿਸਟਰ ਤਾਂ ਫਿਰ ਕੌਣ ਹੈ? ਚੀਫ ਮਿਨਿਸਟਰ ਆਫ ਦਾ ਸਟੇਟ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਆ। ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਵਨ ਲਾਈਨਰ। ਸੋ ਮੇਰੇ ਹਿਸਾਬ ਨਾਲ ਅੱਜ ਤੁਸੀਂ ਥੋੜਾ ਜਿਹਾ ਕੁਐਸਚਨਾਂ ਨੂੰ ਧਿਆਨ ਦੇ ਨਾਲ ਦੇਖਿਆ ਹੋਊਗਾ, ਕਿਉਂਕਿ ਵਨ ਲਾਈਨਰ ਕੁਐਸਚਨ ਹੁੰਦੇ ਵੀ ਸੌਖੇ ਆ, ਪਰ ਮੇਰੇ ਹਿਸਾਬ ਦੇ ਨਾਲ ਇਹ ਥੋੜਾ ਜਿਹਾ ਉਲਝਾ ਦਿੰਦੇ, ਕਿਉਂਕਿ ਇਹਦੇ ਵਿੱਚ ਇੱਕ ਆਪਸ਼ਨ ਆਪਾਂ ਨੂੰ ਟਿਕ ਕਰਨਾ ਪੈਂਦਾ ਤੇ ਜਿਹੜੇ 4-5 ਸਟੇਟਮੈਂਟ ਵਾਲੇ ਹੁੰਦੇ ਉਹਦੇ ਵਿੱਚੋਂ ਜੇਕਰ 2 ਸਟੇਟਮੈਂਟਾਂ ਵੀ ਆਪਾਂ ਨੂੰ ਪਤਾ ਹੋਣ ਤਾਂ ਵੀ ਆਪਾਂ ਆਨਸਰ ਲਗਭਗ ਸਹੀ ਲਾ ਦਿੰਦੇ ਆ। ਸੋ ਥੈਂਕ ਯੂ ਸੋ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚਲੋ ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਤੇ ਜੇਕਰ ਸੈਸ਼ਨ ਵਧੀਆ ਲੱਗਿਆ ਤੇ ਬਹੁਤ ਫਾਸਟ ਲੱਗਿਆ, ਕੋਈ ਚੱਕਰ ਨਹੀਂ, ਥਿਊਰੀ ਪੜ੍ਹੋ, ਰੇਸ ਅਕੈਡਮੀ ਅਫੀਸ਼ੀਅਲ ਇੰਸਟਾਲ ਕਰੋ ਤੇ ਉੱਥੇ ਤੁਹਾਨੂੰ ਬਹੁਤ ਬਿਹਤਰੀਨ ਢੰਗ ਦੇ ਨਾਲ ਤਿਆਰੀ ਕਰਵਾਈ ਜਾਂਦੀ ਹੈ। ਸੋ ਥੈਂਕ ਯੂ ਸੋ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚਲੋ ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਬਾਬਾ ਨਾਨਕ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰੇ। ਬਾਏ ਬਾਏ, ਟੇਕ ਕੇਅਰ।